ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਖਰੀਫ ਦੀ ਮੇਨ ਫਸਲ ਜਿਹੜੀ ਆ ਝੋਨਾ ਹੈ ਔਰ ਪਹਿਲਾਂ ਸੈਂਟਰ ਗਵਰਨਮੈਂਟ ਵੱਲੋਂ ਜਿਹੜੀ ਆ ਉਹ 11 ਅਕਤੂਬਰ ਤੋਂ ਸ਼ੁਰੂ ਹੋਣੀ ਸੀ ਖਰੀਦ ਦੀ ਕਾਰਵਾਈ, ਪਰੰਤੂ ਮੁੱਖ ਮੰਤਰੀ ਜੀ ਵੱਲੋਂ ਜ਼ੋਰ ਦੇਣ ਤੇ ਉੱਥੇ ਜਾ ਕੇ ਮੁਲਾਕਾਤ ਕਰਨ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਜਿਹੜੀ ਆ ਇਹ ਖਰੀਦ ਜਿਹੜੀ ਆ ਪ੍ਰੀਪੋਨ ਕਰਦੇ ਹੋਏ ਅੱਜ ਜਿਹੜੀ ਆ 3 ਤਰੀਕ ਨੂੰ ਹੀ ਜਿਹੜਾ ਹੈ ਉਹ ਖਰੀਦਣ ਦਾ ਜਿਹੜਾ ਉਹ ਹੁਕਮ ਜਾਰੀ ਕਰ ਦਿੱਤਾ ਸੀ। ਔਰ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਯਤਨਾਂ ਦੇ ਸਦਕਾ ਹੀ ਅੱਜ ਜਿਹੜਾ ਹੈ ਉਹ ਸਾਨੂੰ ਜਿਹੜੀ ਅੱਜ ਖਰੀਦ ਦੀ ਸ਼ੁਰੂਆਤ ਕਰ ਸਕੇ ਹਾਂ, ਅਦਰਵਾਈਜ਼ ਨਹੀਂ ਤੇ 11 ਨੂੰ ਕਰਨੀ ਪੈਣੀ ਸੀ। ਔਰ ਉਹਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਮੰਡੀਆਂ 'ਚ ਅੰਬਾਰ ਦੇ ਲੱਗ ਜਾਣੇ ਸੀ ਸਾਰੇ ਝੋਨੇ ਦੇ, ਔਰ ਜ਼ਿਮੀਂਦਾਰਾਂ ਵਾਸਤੇ ਵੀ ਬਹੁਤ ਮੁਸ਼ਕਲ ਦੀ ਘੜੀ ਸੀ, ਜਿਹਦੇ 'ਚੋਂ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੇ ਯਤਨਾਂ ਸਦਕਾ ਜਿਹੜਾ ਉਹ ਖਰੀਦ ਜਿਹੜੀ ਸ਼ੁਰੂ ਹੋਈ ਆ। ਆਪਾਂ ਇਸ ਮੁਸੀਬਤ ਤੋਂ ਜਿਹੜੇ ਆ ਉਹ ਨਿਜਾਤ ਪਾਈ ਹੈ। ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਮੰਡੀ ਬੋਰਡ ਵੱਲੋਂ ਜਿਹੜਾ ਹੈ ਉਹ ਜਿਸ ਤਰ੍ਹਾਂ ਆਪਣਾ ਇੱਥੇ ਇਹਨਾਂ ਦੇ ਜਿਹੜੇ ਹਰੇਕ ਸ਼ੈੱਡ ਦੇ ਵਿੱਚ ਜਿਹੜਾ ਹੈਗਾ ਪਾਣੀ ਦਾ ਔਰ ਤਰਪਾਲਾਂ ਦਾ ਔਰ ਛਾਂ ਦਾ ਬਿਜਲੀ ਦਾ ਉਹ ਜਿਹੜਾ ਹੈ ਉਸ ਚੱਜਾ ਪ੍ਰਬੰਧ ਕੀਤਾ ਹੋਇਆ। ਔਰ ਇੱਕ ਹਾਂਜੀ ਲਿਫਟਿੰਗ ਦਾ ਜਿਵੇਂ ਜਿਵੇਂ ਖਰੀਦ ਹੋਏਗੀ ਨਾਲ ਦੀ ਨਾਲ ਜਿਹੜੀ ਉਹ ਲਿਫਟਿੰਗ ਜਿਹੜੀ ਸ਼ੈਲਰਾਂ ਵਾਲਿਆਂ ਵੱਲੋਂ ਆ ਉਹ ਨਾਲ ਦੀ ਨਾਲ ਹੀ ਹੋਈ ਜਾਏਗੀ, ਔਰ ਜਿਹੜੀ ਗਵਰਨਮੈਂਟ ਸਾਈਡ ਤੋਂ ਆ ਉਹ ਵੀ ਜਿੱਥੇ ਜਿੱਥੇ ਉਹਨਾਂ ਨੂੰ ਐਲੋਕੇਸ਼ਨ ਹੋਏਗੀ ਉੱਥੇ ਉੱਥੇ ਜਿਹੜੀ ਆ ਕਿਸਾਨਾਂ ਨੂੰ ਸਭ ਤੋਂ ਵੱਡੀ ਜਿਹੜੀ ਹੈ ਸਾਡੀ ਇਸ ਫਸਲ ਦੇ ਵਿੱਚ ਇੱਕ ਖਾਮੀ ਹੁੰਦੀ ਹੈ ਕਿ ਮੌਇਸਚਰ ਜ਼ਿਆਦਾ ਹੁੰਦਾ ਹੈ, ਜਿਹਦਾ ਕਰਕੇ ਕਿਸਾਨਾਂ ਨੂੰ ਕਈ ਵਾਰ ਮੰਡੀ 'ਚ ਬੈਠਣਾ ਵੀ ਪੈਂਦਾ ਹੈ। ਤੋ ਇੱਕੋ ਇੱਕ ਹੱਲ ਇਹਦਾ ਕਿ ਸਾਡੇ ਜਿੰਨੇ ਵੀ ਜ਼ਿਮੀਂਦਾਰ ਕਿਸਾਨ ਵੀਰ ਹੈਗੇ ਨੇ ਉਹ ਘਰ ਤੋਂ ਹੀ ਟਰਾਲੀ ਲਿਆਉਣ ਤੋਂ ਪਹਿਲਾਂ ਸੋਚ ਲੈਣ ਕਿ ਸਾਡਾ ਜਿਹੜਾ ਝੋਨਾ ਹੈ ਉਹ ਵਾਕਈ ਉੱਥੇ ਵਿਕਣ ਦੇ ਕਾਬਲ ਹੈਗਾ। ਨਹੀਂ ਐਸੀ ਗੱਲ ਨਹੀਂ ਹੁੰਦੀ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜੇ ਹੁਣ ਕੋਈ ਇਹਦਾ ਕਿੱਲਾ ਅਸਲੋਂ ਹੀ ਜਿਹੜਾ ਉਹ ਵੱਢਣ ਯੋਗ ਨਹੀਂ ਸੀ, ਉਹ ਵੱਢਿਆ ਗਿਆ ਔਰ ਉਹਦੇ 'ਚ ਮੋਇਸਚਰ ਜਿਹੜਾ 25-30% ਹੈਗਾ, ਉਹਦੇ ਵਾਸਤੇ ਉਹਨੂੰ ਵੀ ਆਪਦੀ ਨੌਕਰੀ ਪਿਆਰੀ ਆ। ਔਰ ਹਰੇਕ ਬੰਦਾ ਜਿਹੜਾ ਉਹ ਕੋਸ਼ਿਸ਼ ਕਰਦਾ, ਜ਼ਿਮੀਂਦਾਰ ਮੁੜ ਕੇ ਇੱਥੇ ਆ ਕੇ ਕਹਿੰਦਾ ਕਿ ਮੇਰਾ ਝੋਨਾ ਚੁੱਕਿਆ ਜਾਵੇ, ਤੇ ਇੰਸਪੈਕਟਰ ਇਸ ਕਰਕੇ ਨਹੀਂ ਖਰੀਦਦਾ ਕਿ ਜੇ ਉਹ ਚੁੱਕ ਲੈਂਦਾ ਤੇ ਉਹਦੇ ਮੋਇਸਚਰ ਜਿਹੜਾ ਮੁੜ ਕੇ ਅਗਲੇ ਬੰਨੇ ਲਿਫਟਿੰਗ ਤੇ ਬਾਅਦ ਜਿਹੜਾ ਹੈ ਉਹ ਸ਼ੈਲਰ ਵਾਲਾ ਨਹੀਂ ਲਵਾਉਂਦਾ, ਜਾਂ ਜਿੱਥੇ ਵੀ ਉਹਦੀ ਪਲੇਸ ਹੈਗੀ ਉੱਥੇ ਲੱਗਦਾ ਨਹੀਂ ਹੈ। ਫਿਰ ਜਦੋਂ ਉਹ ਨਹੀਂ ਲੱਗਦਾ ਤੇ ਉਹਦੀ ਡੈਮੇਜ ਜਿੰਨੀ ਆ ਉਹ ਜਿਹੜੀ ਉਹ ਆੜਤੀਏ ਦੀ ਜਾਂ ਜਿਹੜੀ ਆ ਏਜੰਸੀ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਫਿਕਸ ਹੋ ਜਾਂਦੀ ਹੈ। ਇਸ ਕਰਕੇ ਹਰੇਕ ਬੰਦਾ ਜਿਹੜਾ ਉਹ ਇਹਦੇ ਵਿੱਚ ਸਹਿਯੋਗ ਦੇਵੇ, ਕਿਸਾਨ ਤੋਂ ਲੈ ਕੇ ਸਾਡੇ ਜਿਹੜੇ ਇੰਸਪੈਕਟਰ ਤੱਕ ਔਰ ਜਿਹੜੀਆਂ ਏਜੰਸੀਆਂ ਸਾਰੀਆਂ ਹੈਗੀਆਂ ਉਹ ਸਮੇਂ-ਸਮੇਂ ਤੇ ਜਿਵੇਂ ਜਿਵੇਂ ਝੋਨਾ ਆਈ ਜਾਵੇ ਨਾਲ ਦੀ ਨਾਲ ਚੁੱਕੀ ਜਾਵੇ। ਖਰੀਦ ਏਜੰਸੀਆਂ ਨੂੰ ਇਹੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਸਾਡਾ ਲਗਾਇਆ ਹੋਇਆ ਕਰਮਚਾਰੀ ਜਿਹਦੀ ਡਿਊਟੀ ਮੰਡੀ 'ਚ ਲੱਗੀ ਹੋਈ ਆ ਉਹ ਗੈਰ ਹਾਜ਼ਰ ਨਾ ਹੋਵੇ ਔਰ ਸਮੇਂ ਤੇ ਆ ਕੇ ਜਿਹੜੀ ਆ ਖਰੀਦ ਕਰੇ ਔਰ ਸਮੇਂ ਤੇ ਉਹਦੀ ਜਿਹੜੀ ਆ ਲਿਫਟਿੰਗ ਹੋ ਜਾਏ ਤਾਂ ਜੋ ਜ਼ਿਮੀਂਦਾਰ ਨੂੰ ਉਹਦਾ ਭੁਗਤਾਨ ਹੋ ਸਕੇ। ਅਕਸਰ ਦੇਖਿਆ ਜਾਂਦਾ ਵਾ ਕਿ ਬਾਰਦਾਨੇ ਦੀ ਲਿਫਟਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਹੈ। ਨਹੀਂ ਕੋਈ ਐਤਕਾਂ ਜਿਹੜੀ ਆ ਉਹ ਬਾਰਦਾਨਾ ਜਿਹੜਾ ਉਹ ਸਪੈਸ਼ਲੀ ਜਿਹੜਾ ਸ਼ੈਲਰਾਂ ਵਾਲਿਆਂ ਦਾ ਆਪਣਾ ਵੀ ਹੈਗਾ, ਗਵਰਨਮੈਂਟ ਸਾਈਡ ਤੋਂ ਜਿਹੜਾ ਹੈ ਉਹ ਸਫੀਸ਼ੀਐਂਟ ਹੈ। ਦੇਖੋ ਮੰਡੀ ਦੇ ਵਿੱਚ ਖਰੀਦ ਦੇ ਜੋ ਵੀ ਪ੍ਰਬੰਧ ਆ ਸਾਡੇ ਵੱਲੋਂ ਤਾਂ ਅਸੀਂ 1 ਅਕਤੂਬਰ ਨੂੰ ਹੀ ਸਾਡੀ ਤਿਆਰੀ ਸੀਗੀ ਜਿਹੜੀ ਖਰੀਦ ਸ਼ੁਰੂ ਕਰਾਉਣ ਦੀ, ਔਰ ਬਾਅਦ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੈਂਟਰ ਸਰਕਾਰ ਨੇ ਜਿਹੜੀ ਆ ਉਹ ਖਰੀਦ 11 ਤਰੀਕ ਨੂੰ ਕਰ ਦਿੱਤੀ ਸੀ, ਪਰ ਸਾਡੇ ਮਾਨਯੋਗ ਸੀਐਮ ਸਾਹਿਬ ਉਹਨਾਂ ਵੱਲੋਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਔਰ ਉਹਨਾਂ ਨੇ ਉਹਨਾਂ ਦੀ ਬੇਨਤੀ ਨੂੰ ਜਿਹੜਾ ਪ੍ਰਵਾਨ ਕੀਤਾ, ਔਰ ਅੱਜ ਉਹਨਾਂ ਨੇ ਕਿਹਾ ਕਿ ਬੇਸ਼ੱਕ ਅੱਜ ਐਤਵਾਰ ਆ ਪਰ ਅੱਜ ਹੀ ਖਰੀਦ ਜਿਹੜੀ ਸ਼ੁਰੂ ਕਰਦੇ ਦੇਸ਼ ਜਿਹੜੇ ਉਹ ਹੋਏ ਆ। ਬਾਕੀ ਪ੍ਰਬੰਧ ਜਿਹੜੇ ਸਾਡੇ ਆ ਉਹ ਬਿਲਕੁਲ ਪੂਰੀ ਤਰ੍ਹਾਂ ਮੁਕੰਮਲ ਹੈਗੇ ਆ। ਨਹੀਂ ਦੇਖੋ ਇਹ ਨਹੀਂ ਗੱਲ ਹੈਗੀ, ਮੈਂ ਤੁਹਾਨੂੰ ਦੱਸਿਆ ਕਿ ਚਲੋ ਕਿਤੇ 19-21 ਗੱਲ ਹੋ ਸਕਦੀ ਆ, ਬਾਕੀ ਸਫਾਈ ਦਾ ਜਿੰਨਾ ਵੀ ਸਾਡਾ ਜੋ ਪਾਣੀ ਆਏਗਾ ਕਿਸਾਨਾਂ ਵਾਸਤੇ ਹੈ ਪਰ ਪਾਣੀ ਦਾ ਪ੍ਰਬੰਧ ਆ ਉਹ ਪ੍ਰਬੰਧ ਜਿਹੜੇ ਸਾਡੇ ਆ ਉਹ ਚਾਹੇ ਉਹ ਮੇਨ ਮੰਡੀ ਆ ਚਾਹੇ ਸਾਡੇ ਸਬ ਸੈਂਟਰਾਂ ਨੂੰ ਸਾਰਿਆਂ ਦੇ ਵਿੱਚ ਸਾਡੇ ਵੱਲੋਂ ਜਿਹੜੇ ਪ੍ਰਬੰਧ ਆ ਪੂਰੇ ਕੀਤੇ ਹੋਏ ਆ। ਚਲੋ ਦੇਖੋ ਪਤਾ ਗੱਲ ਕੀ ਹੁੰਦਾ, ਹੁਣ ਆਪਾਂ ਵਿਰੋਧੀ ਪਾਰਟੀਆਂ ਦਾ ਅਕਾਲੀ ਦਲ ਨੂੰ ਆਪਣਾ ਉਹ ਇੱਕ ਨਾ ਜਿੱਦਾਂ ਬੰਦਾ ਜ਼ਮੀਨ ਨਿਕਲੀ ਹੋਈ ਉਹਨਾਂ ਦੇ ਪੈਰਾਂ ਥੱਲੇ ਇੱਕ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰਦੇ। ਤੁਸੀਂ ਇੱਕ ਚੀਜ਼ ਦੇਖੋ ਕਿ ਸਾਡੇ ਸੀਐਮ ਸਾਹਿਬ ਕਿੰਨੇ ਚਿੰਤਤ ਸੀਗੇ ਕਿ ਖਰੀਦ ਇੰਨੀ ਲੇਟ ਹੋਣ ਦਾ ਕਰਕੇ, ਉਹਨਾਂ ਬਿਨਾਂ ਕਿਸੇ ਦੇਰੀ ਦੇ ਰਾਤ ਨੂੰ ਚਿੱਠੀ ਆਉਂਦੀ ਹੈ ਸੈਂਟਰ ਸਰਕਾਰ ਦੀ ਕਿ ਖਰੀਦ 11 ਤਰੀਕ ਨੂੰ, ਔਰ ਸਵੇਰੇ ਅਗਲੇ ਦਿਨ ਸਵੇਰੇ ਹੀ ਉਹ ਟਾਈਮ ਲੈਂਦੇ 12 ਵਜੇ ਦਾ, ਔਰ 12 ਵਜੇ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ, ਔਰ ਸ਼ਾਮ ਨੂੰ ਜਿਹੜੀ ਸਾਨੂੰ ਚਿੱਠੀ ਆ ਜਾਂਦੀ ਆ ਕਿ ਕੱਲ ਤੋਂ ਜਿਹੜੀ ਖਰੀਦ ਸ਼ੁਰੂ ਹੋਣੀ ਆ। ਸੋ ਸਾਰੇ ਤੁਸੀਂ ਸਾਡੇ ਮੀਡੀਆ ਵਾਲੇ ਭਰਾ ਹੈਗੇ ਆ, ਸਾਡੇ ਜਿੰਨੇ ਪੰਜਾਬ ਦੇ ਲੋਕ ਆ ਜਾਂ ਹਰਿਆਣੇ ਦੇ ਸਾਡੇ ਜਿਹੜੇ ਕੋਈ ਕਿਸਾਨ ਵੀਰ ਆ ਉਹ ਸਾਰੇ ਸਮਝਦਾਰ ਆ, ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਹੈਗਾ, ਬਾਕੀ ਝੂਠ ਬੋਲਣਾ ਜਾਂ ਕੁਝ ਵੀ ਹੈਗਾ। ਇੱਕ ਦੇਖੋ ਸਟੇਟ ਦੇ
ਚੀਫ ਮਿਨਿਸਟਰ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨੀ ਔਰ ਇੱਕ ਜਿਨ੍ਹਾਂ ਨੂੰ ਆਪਣੀ ਗਰਾਊਂਡ ਹੀ ਨਹੀਂ ਲੱਭਣ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਕੋਲ ਮੁੱਦਾ ਹੀ ਹੈ ਨਹੀਂਗਾ ਤਾਂ ਉਹ ਬੰਦੇ ਕਹਿਣ ਕਿ ਸਾਡਾ ਤੁਹਾਡੇ ਆਪਣੇ ਵਿਰੋਧ ਦੇ ਬਾਵਜੂਦ ਖਰੀਦ ਸ਼ੁਰੂ ਹੋਈ ਆ। ਚਲੋ ਇਹ ਬੜਾ ਕਿਵੇਂ ਉਹਨਾਂ ਦਾ ਮਜ਼ਾਕੀਆ ਜਿਹਾ ਪਿਆ ਨਾ, ਕੋਈ ਏਡੀ ਗੱਲ ਨਹੀਂ ਹੈ। ਸੁਲਤਾਨਪੁਰ ਲੁਧਿਆਣਾ ਹਲਕੇ 'ਚ ਕਿੰਨੀਆਂ ਮੰਡੀਆਂ ਉਹਨਾਂ ਹੈਗੀਆਂ? ਤਾਂ ਜਿਹੜੇ ਸਾਡੀ ਚਾਰ ਛੋਟੇ ਸੈਂਟਰ ਆ ਸਾਡੇ 9 ਮੰਡੀਆਂ ਜਿਹੜੀਆਂ ਹੈਗੀਆਂ ਵਾ ਉਹਨਾਂ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਜਿਹੜੀਆਂ ਖਰੀਦ ਏਜੰਸੀਆਂ ਵੱਖਰੀਆਂ ਉਹਨਾਂ ਨੂੰ ਅਲਾਟਮੈਂਟ ਹੋਈ ਪਈ ਆ। ਉਹ ਸਾਡੇ ਜਿਹੜੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਆ ਉਹਨਾਂ ਦੀਆਂ ਡਿਊਟੀਆਂ ਉੱਥੇ ਜਿਹੜੀਆਂ ਬਕਾਇਦਾ ਲੱਗੀਆਂ। ਉਹਦਾ ਇੱਕ ਸਵਾਲ ਆ ਜਿਹੜਾ ਆਪਣੇ ਮੰਡੀਆਂ ਦਾ ਰਾਇਲ ਹੋਈ ਆ ਉਹ ਮੋਰਚਾ ਹੈਗਾ 20% ਤੇ ਆਪਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਦੇਖੋ ਜਿੱਦਾਂ ਸਾਡੇ ਮਾਨਯੋਗ ਐਸਟੀਐਮ ਸਾਹਿਬ ਨੇ ਕਿਹਾ, ਅਸੀਂ ਇੱਥੇ ਆ ਖਰੀਦ ਸ਼ੁਰੂ ਕਰਾਉਣ ਤੋਂ ਪਹਿਲਾਂ ਹੀ ਖਰੀਦ ਏਜੰਸੀਆਂ ਦੇ ਜਿੰਨੇ ਇੰਸਪੈਕਟਰ ਸਾਹਿਬਾਨ ਸੀ ਉਹਨਾਂ ਨਾਲ ਮੀਟਿੰਗ ਕਰਕੇ ਆਏ ਆ ਔਰ ਉਹਨਾਂ ਨੂੰ ਅਸੀਂ ਇਹ ਗੱਲ ਅਸ਼ੋਰ ਕਰਵਾਈ ਹੈ ਉਹਨਾਂ ਕੋਲੋਂ ਕਿ ਜਿਹੜਾ ਅਸੀਂ ਕਿਸਾਨਾਂ ਨੂੰ ਆੜ੍ਹਤੀਆਂ ਨੂੰ ਬੇਨਤੀ ਕੀਤੀ ਕਿ ਸਾਡੇ ਕਿਸਾਨ ਭਰਾਵਾਂ ਨੂੰ ਵੀ ਪਹਿਲਾਂ ਹੀ ਬੇਨਤੀ ਕੀਤੀ ਜਾਵੇ ਕਿ ਝੋਨਾ ਉਹ ਪੱਕਾ ਝੋਨਾ ਲੈ ਕੇ ਆਉਣ ਜਿਹਦਾ ਮੋਇਸਚਰ ਜਿਹੜਾ ਵਾ ਉਹ ਨਾ ਤਾਂ ਕਿਸੇ ਖਰੀਦ ਏਜੰਸੀ ਨੂੰ ਖਰੀਦਣ 'ਚ ਦਿੱਕਤ ਆਵੇ ਔਰ ਨਾ ਕੋਈ ਲਿਫਟਿੰਗ ਦੀ ਪ੍ਰੋਬਲਮ ਆਵੇ। ਸੋ ਇਹ ਜਿਹੜਾ ਅਸੀਂ ਵੀ ਦੇਖਦੇ ਕੁਝ ਚਲੋ ਮੌਸਮ ਦੀ ਖਰਾਬੀ ਆਪਾਂ ਵੇਖਿਆ, ਬਾਰਿਸ਼ ਹੋਣ ਦਾ ਕਰਕੇ ਵੀ ਇਹ ਪ੍ਰੋਬਲਮ ਆ ਸਕਦੀ ਆ, ਪਰ ਅਸੀਂ ਤੁਹਾਡੇ ਪ੍ਰੈਸ ਰਾਹੀਂ ਵੀ ਇਹ ਬੇਨਤੀ ਕਰਦੇ ਹਾਂ ਕਿਸਾਨਾਂ ਨੂੰ ਔਰ ਅਸੀਂ ਆੜ੍ਹਤੀਏ ਵੀਰਾਂ ਨੂੰ ਕਿਹਾ ਕਿ ਤੁਸੀਂ ਆਪਣੇ ਜਿੰਨੇ ਵੀ ਤੁਹਾਡੇ ਕਿਸਾਨ ਹੈਗੇ ਆ ਉਹਨਾਂ ਨੂੰ ਬੇਨਤੀ ਕਰੋ ਕਿ ਜਿਹੜਾ ਝੋਨਾ ਸੁਕਾ ਕੇ ਮੰਡੀ ਦੇ ਵਿੱਚ ਲੈ ਕੇ ਆਓ।